कैंपस प्रोग्राम ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਗੁਰੂ ਨਾਨਕ ਕਾਲਜ ਮੋਗਾ। ਇਹ ਕਾਲਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਅਧੀਨ ਚੱਲ ਰਿਹਾ ਹੈ। ਇਹ ਕਾਲਜ ਬੱਚਿਆਂ ਲਈ ਇੱਕ ਵਰਦਾਨ ਹੈ। ਇੱਥੋਂ ਪੜ੍ਹ ਕੇ ਬੱਚੇ ਦੇਸ਼ਾਂ 'ਚ ਨਹੀਂ ਬਲਕਿ ਵਿਦੇਸ਼ਾਂ ਵਿੱਚ ਆਪਣਾ ਫਿਊਚਰ ਬਣਾ ਚੁੱਕੇ ਨੇ। ਕਾਲਜ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਧਾਰਮਿਕ ਗਤੀਵਿਧੀਆਂ ਨਾਲ ਵੀ ਜੋੜਿਆ ਜਾਂਦਾ ਹੈ। ਕਾਲਜ ਵਿਖੇ ਅੱਜ ਦੇ ਟਾਈਮ ਦੀ ਹਰ ਤਰੀਕੇ ਦੀ ਮਾਡਰਨ ਫੈਸਿਲਿਟੀ ਮੌਜੂਦ ਹੈ। ਇੱਥੋਂ ਦੇ ਪ੍ਰਿੰਸੀਪਲ ਮੈਮ ਡਾਕਟਰ ਜਤਿੰਦਰ ਕੌਰ ਜੀ ਅੰਤਕ ਮਿਹਨਤੀ ਇਨਸਾਨ ਨੇ ਜੋ ਕਿ ਹਮੇਸ਼ਾ ਹੀ ਸਟਾਫ ਨੂੰ ਆਪਣਾ ਪੂਰਾ ਸਹਿਯੋਗ ਦਿੰਦੇ ਨੇ। ਇੱਥੋਂ ਦਾ ਸਟਾਫ ਬਹੁਤ ਹੀ ਮਿਹਨਤੀ ਤੇ ਤਜਰਬੇਕਾਰ ਹੈ। ਸਾਈ ਟੀਮ ਨੇ ਸਟਾਫ ਨਾਲ ਗੱਲਬਾਤ ਕੀਤੀ। ਸਾਈ ਟੀਮ ਨੇ ਇੱਥੇ ਪੜ੍ਹ ਰਹੇ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਨੇ ਕਾਲਜ ਦੀ ਬੇਹੱਦ ਤਾਰੀਫ ਕੀਤੀ। ਜੇਕਰ ਤੁਸੀਂ ਵੀ ਆਪਣਾ ਵਧੀਆ ਭਵਿੱਖ ਬਣਾਉਣਾ ਚਾਹੁੰਦੇ ਹੋ ਤਾਂ ਗੁਰੂ ਨਾਨਕ ਕਾਲਜ ਮੋਗਾ ਵਿੱਚ ਜ਼ਰੂਰ ਪੜ੍ਹੋ। ਆਓ ਲੈ ਕੇ ਚੱਲਦੇ ਹਾਂ ਤੁਹਾਨੂੰ ਗੁਰੂ ਨਾਨਕ ਕਾਲਜ ਮੋਗਾ। ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਗੁਰੂ ਨਾਨਕ ਕਾਲਜ ਦੇ ਪ੍ਰਿੰਸੀਪਲ ਜਤਿੰਦਰ ਕੌਰ ਜੀ ਦੇ ਨਾਲ। ਮੈਡਮ ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਡਮ ਤੁਹਾਡੀ ਜ਼ਿੰਦਗੀ ਦੀ ਟੈਨਿਓਰ, ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੈਂਕੜੇ ਵਿਦਿਆਰਥੀਆਂ ਨੂੰ ਉੱਚ ਵਿੱਦਿਆ ਦੇ ਕੇ ਸੈਂਕੜੇ ਟੀਚਰਸ ਨੂੰ ਕਾਉਂਸਲ ਕਰਕੇ ਉਸ ਗਰਾਊਂਡ 'ਤੇ ਲਿਆਂਦਾ ਕਿ ਅੱਜ ਉਹ ਆਪਣੀ ਜ਼ਿੰਦਗੀ ਦੇ ਵਿੱਚ ਮੱਲਾ ਮਾਰ ਰਹੇ ਨੇ। ਔਰ ਗੁਰੂ ਨਾਨਕ ਕਾਲਜ ਜਿਹੜਾ ਕਿ ਵਿੱਦਿਆ ਦਾ ਦਾਨੀ ਕਾਲਜ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਸੇਵਾ ਕਰ ਰਿਹਾ, ਹੁਣ ਤੁਸੀਂ ਇੱਥੇ ਸੇਵਾ ਕਰ ਰਹੇ ਹੋ, ਕੀ ਕਹਿਣਾ ਚਾਹੋਗੇ? ਮੈਨੂੰ ਬਹੁਤ ਹੀ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਬਹੁਤ ਹੀ ਨਾਮਵਰ ਸੰਸਥਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 500 ਸਾਲਾ ਸ਼ਤਾਬਦੀ ਦੇ ਉੱਤੇ ਇਹ ਸੰਸਥਾ ਐਸਟੈਬਲਿਸ਼ ਕੀਤੀ ਗਈ ਹੈ ਜਿਸ ਦਾ ਨਾਮ ਗੁਰੂ ਨਾਨਕ ਕਾਲਜ ਮੋਗਾ ਵਿੱਚ ਸੇਵਾ ਨਿਭਾ ਰਹੀ ਹਾਂ। ਕਹਿੰਦੇ ਨੇ ਨਾਲੇ ਪੁੰਨ ਨਾਲੇ ਫਲੀਆਂ। ਇੱਕ ਪਾਸੇ ਤਾਂ ਅਸੀਂ ਬੱਚਿਆਂ ਨੂੰ ਵਿੱਦਿਅਕ ਯੋਗਤਾ ਦੇ ਨਾਲ ਪੂਰਾ ਉਹਨਾਂ ਨੂੰ ਵਿੱਦਿਅਕ ਨੌਲੇਜ ਦੇ ਰਹੇ ਹਾਂ ਅਤੇ ਨਾਲ ਦੀ ਨਾਲ ਅਸੀਂ ਉਹਨਾਂ ਨੂੰ ਧਰਮ ਦੇ ਨਾਲ ਉਹਨਾਂ ਨੂੰ ਨੈਤਿਕ ਵਿੱਦਿਆ ਦੇ ਕੇ ਉਹਨਾਂ ਨੂੰ ਇੱਕ ਅੱਛੇ ਸੱਚੇ ਸੁੱਚੇ ਇਨਸਾਨ ਵੀ ਬਣਾ ਰਹੇ ਹਾਂ। ਸੋ ਇਸ ਕਾਲਜ ਦਾ ਮੰਤਵ ਸਿਰਫ ਬੱਚਿਆਂ ਨੂੰ ਐਕਡੈਮਿਕ ਨੌਲੇਜ ਦੇਣਾ ਹੀ ਨਹੀਂ ਹੈ ਬਲਕਿ ਉਹਨਾਂ ਨੂੰ ਸਮੇਂ ਦੇ ਹਾਣੀ ਬਣਾਉਣਾ, ਉਹਨਾਂ ਨੂੰ ਇਸ ਟਾਈਮ 'ਤੇ ਜੋ ਸਮੇਂ ਦੀ ਲੋੜ ਹੈ ਉਸ ਦੇ ਮੁਤਾਬਕ ਆਧੁਨਿਕ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਨਾਲ ਦੀ ਨਾਲ ਨੈਤਿਕ ਜਿਹੜੀ ਸਿੱਖਿਆ ਦੇਣੀ, ਉਹ ਮੋਰਲ ਜਿਹੜੀ ਐਥਿਕ ਡਿਊਟੀਜ਼ ਜਿਹੜੀਆਂ ਨੇ ਉਹ ਵੀ ਸਿਖਾਈਆਂ ਜਾਂਦੀਆਂ ਨੇ ਤਾਂ ਕਿ ਬੱਚਿਆਂ ਨੂੰ ਇੱਕ ਅੱਛੇ ਸੱਚੇ ਸੁੱਚੇ ਇਨਸਾਨ ਜਿਹੜੇ ਆ ਬਣਾ ਸਕੀਏ। ਪੂਰੇ ਸਾਰੇ ਸਟਾਫ ਦੀ ਇਹੀ ਇੱਕ ਭਾਵਨਾ ਹੈ ਕਿ ਅਸੀਂ ਸਿਰਫ ਐਕਡੈਮਿਕ ਵਿੱਦਿਆ ਦੇ ਨਾਲ ਨਾਲ ਬੱਚਿਆਂ ਨੂੰ ਸਮੇਂ ਦੇ ਹਾਣੀ ਵੀ ਬਣਾਉਣਾ ਹੈ ਅਤੇ ਨਾਲ ਦੀ ਨਾਲ ਉਹਨਾਂ ਨੂੰ ਅੱਛੇ ਆਚਰਣ ਵਾਲੇ ਅੱਛੀਆਂ ਨੈਤਿਕ ਸਿੱਖਿਆਵਾਂ ਵੀ ਦੇਣੀਆਂ ਹਨ। ਮੈਡਮ ਅਗਰ ਅਸੀਂ ਗੱਲ ਕਰ ਲਈਏ, ਇਹ ਕਾਲਜ ਜਿਹੜਾ ਕ੍ਰੀਏਟਿਵ ਕਾਲਜ ਆ ਜਿਨ੍ਹਾਂ ਦਾ ਮਾਈਂਡ ਸੈਟਅਪ ਬੜਾ ਉੱਚਾ ਔਰ ਜਿਸ ਤਰੀਕੇ ਦੇ ਨਾਲ ਜੋਬ ਪਲੇਸਮੈਂਟ ਅੱਗੇ ਆਪਾਂ ਦੇਖਿਆ ਸੀਗਾ ਕਿ ਯੂਨੀਵਰਸਿਟੀਆਂ ਵਾਲੇ ਪਲੇਸਮੈਂਟ ਜੋਬ ਪਲੇਸਮੈਂਟ ਕਰਾਉਂਦੇ ਆ, ਵੱਡੇ ਵੱਡੇ ਇੰਜੀਨੀਅਰਿੰਗ ਕਾਲਜ ਕਰਾਉਂਦੇ ਆ, ਲੇਕਿਨ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਦਾਰਾ ਜਿਹੜਾ ਜੋਬ ਪਲੇਸਮੈਂਟ ਤੱਕ ਬੱਚਿਆਂ ਦੀ ਹੈਲਪ ਕਰਦਾ ਹੈਗਾ, ਉਹਨਾਂ ਨੂੰ ਗਾਈਡ ਕਰਦਾ ਹੈਗਾ, ਕੀ ਕਹਿਣਾ ਚਾਹੋ? ਦੇਖੋ, ਬੱਚਿਆਂ ਨੂੰ ਇਕੱਲੀ ਪੜ੍ਹਾ ਕੇ BA ਦੀ ਡਿਗਰੀ ਕਰਾਤੀ, BCA ਦੀ ਕਰਾ ਦਿੱਤੀ, BCom ਦੀ, ਉਹ ਸਾਡਾ ਪਰਪਸ ਨਹੀਂ ਹੈ। ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੀ ਹਾਂ ਕਿ ਅਸੀਂ ਬੱਚਿਆਂ ਨੂੰ ਬਣਾ ਕੇ ਉਹਨਾਂ ਨੂੰ ਇੱਕ ਅੱਛੇ ਸਿਟੀਜ਼ਨ, ਇੱਕ ਅੱਛੇ ਨਾਗਰਿਕ ਬਣਾਉਣਾ ਹੈ ਅਤੇ ਸਾਡੀ ਇੱਥੇ ਜ਼ਿੰਮੇਵਾਰੀ ਖਤਮ ਪੜ੍ਹਾਈ ਨਾਲ ਹੀ ਨਹੀਂ ਹੁੰਦੀ, ਅਸੀਂ ਉਹਨਾਂ ਨੂੰ ਅੱਛੀ ਜਗ੍ਹਾ 'ਤੇ ਪਲੇਸ ਕਰਾਉਣਾ। ਮੈਨੂੰ ਮਾਣ ਮਹਿਸੂਸ ਹੋ ਰਿਹਾ ਕਿ ਮੇਰਾ ਪੂਰਾ ਸਟਾਫ ਜਿਹੜਾ ਵਾ ਇਸ ਦੇ ਬੱਚਿਆਂ ਦੀ ਪਲੇਸਮੈਂਟ ਦੇ ਲਈ ਪੂਰਾ ਧਿਆਨ ਦੇ ਰਿਹਾ ਹੈ ਔਰ ਮਾਣ ਨਾਲ ਦੱਸ ਸਕਦੀ ਹੈ ਕਿ ਸਾਡੇ ਜਿਹੜੇ ਸਟੂਡੈਂਟਸ ਨੇ ਉਹ PCS ਆਫਿਸਰ, ਪੁਲਿਸ ਦੇ ਵਿੱਚ ਭਰਤੀ ਹੋਈ ਹੈ, HDFC ਬੈਂਕ, ਐਕਸਿਸ ਬੈਂਕ ਔਰ ਕਈ ਬੱਚੇ PSPCL ਦੇ ਵਿੱਚ ਵੀ ਭਰਤੀ ਹੋਏ ਨੇ, ਇਨਕਮ ਟੈਕਸ ਦੇ ਵਿੱਚ ਭਰਤੀ ਹੋਏ ਨੇ। ਸੋ ਮੇਰਾ ਸਟਾਫ ਜਿਹੜਾ ਵਾ ਇਸ ਸਾਲ ਵੀ 25 ਵਿਦਿਆਰਥੀ ਜਿਹੜੇ ਆ BCA, BCom, BA ਦੇ ਵਿੱਚੋਂ ਉਹ ਅਸੀਂ ਪਲੇਸਮੈਂਟ ਕਰਵਾ ਚੁੱਕੇ ਹੈ ਅਤੇ ਸਟਾਫ ਦੀ ਪੂਰੀ ਇਹੀ ਇੱਛਾ ਹੈਗੀ ਹੈ ਕਿ ਇਹਨਾਂ ਬੱਚਿਆਂ ਨੂੰ ਅਸੀਂ ਕਿਸੇ ਨਾ ਕਿਸੇ ਮੁਕਾਮ 'ਤੇ ਪਹੁੰਚਾਉਣਾ ਤਾਂ ਕਿ ਇਹ ਆਪਣਾ ਇਹਨਾਂ ਨੂੰ ਪੜ੍ਹਾਈ ਦੇ ਬਾਅਦ ਪਤਾ ਲੱਗੇ ਕਿ ਅਸੀਂ ਕਿਸ ਯੋਗ ਹਾਂ ਅਤੇ ਅੱਗੇ ਫਿਰ ਉਹਨਾਂ ਨੂੰ ਮੋਟੀਵੇਟ ਕੀਤਾ ਜਾਂਦਾ ਕਿ ਇਹੀ ਤੁਹਾਡਾ ਟਾਰਗੇਟ ਨਹੀਂ ਹੈ, ਇਸ ਤੋਂ ਅੱਗੇ ਤੁਸੀਂ ਅੱਗੇ ਪ੍ਰਮੋਸ਼ਨਾਂ ਲੈਣੀਆਂ ਨੇ, ਅੱਗੇ ਪਹੁੰਚਣਾ ਹੈ। ਅਸੀਂ ਉਹਨਾਂ ਨੂੰ ਪਲੇਸਮੈਂਟ ਦੇ ਵਿੱਚ ਪੂਰੀ ਮਦਦ ਕਰ ਰਿਹਾ, ਮੇਰਾ ਸਟਾਫ ਪੂਰੀ ਮਦਦ ਕਰ ਰਿਹਾ ਉਹਨਾਂ ਨੂੰ ਪਲੇਸਮੈਂਟ ਵਾਸਤੇ। ਮੈਡਮ ਇੱਥੋਂ ਦਾ ਪੜ੍ਹਿਆ ਸਟੂਡੈਂਟ ਸਤਨਾਮ ਸਿੰਘ ਜਿਹੜਾ ਚੰਡੀਗੜ੍ਹ ਯੂਨੀਵਰਸਿਟੀ ਦਾ ਕਰਤਾ ਧਰਤਾ ਹੈਗਾ, ਕੀ ਕਹਿਣਾ ਚਾਹੋਗੇ ਕਿ ਉਹ ਬੱਚਾ ਵੀ ਇੱਥੋਂ ਦਾ ਸਟੂਡੈਂਟ ਹੈ ਔਰ ਅੱਜ ਉਹ ਯੂਨੀਵਰਸਿਟੀ ਦੇ ਤੌਰ ਦੇ ਉੱਤੇ ਲੋਕਾਂ ਦੀ ਸੇਵਾ ਕਰ ਰਿਹਾ? ਸਾਰੇ ਵਰਲਡ ਦੇ ਵਿੱਚ ਅਸੀਂ ਇਹ ਮੰਨੀਏ ਇੱਥੋਂ ਉਹ ਪੜ੍ਹ ਕੇ ਗਿਆ, ਗਾਂ ਬੱਚੇ ਜਿਹੜੇ CGS ਤੋਂ ਪੜ੍ਹਦੇ ਆ ਉਹ ਸਾਰੇ ਵੀ ਅਸੀਂ ਮੰਨੀਏ ਵੀ ਪੈਦਾਇਸ਼ ਤਾਂ ਫਿਰ ਸਾਡੇ ਗੁਰੂ ਨਾਨਕ ਕਾਲਜ ਦੀ ਹੋਈ। ਬਹੁਤ ਹੀ ਗੁਰੂ ਨਾਨਕ ਦੇਵ ਜੀ ਦੀ ਸਾਡੇ 'ਤੇ ਕਿਰਪਾ ਵਾ, ਮਿਹਰ ਹੈ
ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਤੇ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ। ਇਹ ਸਾਨੂੰ ਮਾਣ ਜਿਹੜਾ ਦਿੱਤਾ ਵਾ ਕਿ ਇਹ ਸਰਦਾਰ ਸਤਨਾਮ ਸਿੰਘ ਜੀ ਜੋ ਚੰਡੀਗੜ੍ਹ ਯੂਨੀਵਰਸਿਟੀ ਚਲਾ ਰਹੇ ਨੇ, ਉਹ ਇਸੇ ਕਾਲਜ ਦੀ ਪੈਦਾਇਸ਼ ਨੇ। ਸਾਨੂੰ ਉਹਨਾਂ 'ਤੇ ਫਖਰ ਹੈ। ਉਹ ਇੰਨਾ ਵੱਡਾ ਇੰਸਟੀਚਿਊਟ, ਇੰਨੀ ਵੱਡੀ ਯੂਨੀਵਰਸਿਟੀ ਪੰਜਾਬ ਦੇ ਵਿੱਚ, ਜਿਸ ਦੇ ਵਿੱਚ ਬਾਹਰੋਂ ਵੀ ਕਈ ਸ਼ਹਿਰਾਂ ਤੋਂ, ਕਈ ਸਟੇਟਾਂ ਤੋਂ ਬੱਚੇ ਆ ਕੇ ਪੜ੍ਹ ਰਹੇ ਨੇ। ਉਹ ਸਾਡੇ ਲਈ ਮਾਣ ਹੈ, ਸਾਡਾ ਫਖਰ ਹੈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪ੍ਰੋਫੈਸਰ ਸਵਰਨਜੀਤ ਸਿੰਘ, ਅਸਿਸਟੈਂਟ ਪ੍ਰੋਫੈਸਰ ਗੁਰੂ ਨਾਨਕ ਕਾਲਜ ਮੋਗਾ। ਇਹ ਕਾਲਜ 1969 ਤੋਂ ਗੁਰੂ ਨਾਨਕ ਸਾਹਿਬ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਪਿਤ ਕੀਤਾ ਗਿਆ ਅਤੇ SGPC ਦੇ ਪ੍ਰਬੰਧ ਅਧੀਨ ਇਹ ਕਾਲਜ ਚੱਲ ਰਿਹਾ ਹੈ। ਤਾਂ SGPC ਵੱਲੋਂ ਵੱਖ-ਵੱਖ ਕਿਸਮ ਦੀਆਂ ਜਿਹੜੀਆਂ ਸਕਾਲਰਸ਼ਿਪਸ ਆ, ਜਿਵੇਂ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਜਾਂਦੀ ਹੈ, ਜਿਵੇਂ +1-2 ਵਾਸਤੇ 5000 ਰੁਪਇਆ, BA ਕਲਾਸਾਂ, ਗ੍ਰੈਜੂਏਸ਼ਨ ਕਲਾਸਾਂ ਵਾਸਤੇ 8000 ਰੁਪਇਆ ਅਤੇ ਪੋਸਟ ਗ੍ਰੈਜੂਏਸ਼ਨ ਕਲਾਸਾਂ ਵਾਸਤੇ 10 ਰੁਪਇਆ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਉਹਨਾਂ ਦੀ ਫੀਸ ਦੇ ਵਿੱਚ ਸਹਾਇਤਾ ਵਜੋਂ ਜਿਹੜਾ ਦਿੱਤਾ ਜਾਂਦਾ ਹੈ। ਤਾਂ ਮੈਂ ਸੋਚਦਾ ਕਿ ਕਾਲਜ ਜਿੱਥੇ ਵਿਦਿਆਰਥੀਆਂ ਲਈ ਅਕੈਡਮਿਕ ਖੇਤਰ ਦੇ ਵਿੱਚ ਬਾਖੂਬੀ ਕੰਮ ਕਰ ਰਿਹਾ ਹੈ, ਉੱਥੇ ਵਿਦਿਆਰਥੀਆਂ ਦਾ ਅਧਿਆਤਮਿਕ ਪੱਧਰ ਉੱਚਾ ਚੁੱਕਣ ਵਾਸਤੇ ਵੀ, ਵਿਦਿਆਰਥੀਆਂ ਨੂੰ ਇੱਕ ਸੱਚੇ ਸੁੱਚੇ ਵਧੀਆ ਕਿਸਮ ਦੇ ਇਨਸਾਨ ਬਣਾਉਣ ਵਾਸਤੇ ਵੀ ਕੰਮ ਕਰ ਰਿਹਾ ਹੈ। सर, इस कॉलेज में 2013 को लगातार MA इंग्लिश की इंचार्ज है और मेरे को से बड़ी खुशी हो रही है कि चाहे SD कॉलेज की MA इंग्लिश चल रही है और DM कॉलेज भी, लेकिन नंबर ऑफ स्टूडेंट्स गुरु नानक कॉलेज ही सब तो ज़्यादा है। और मेरे को लड़कियों की गिनती ज़्यादा है क्योंकि लड़कियाँ जो है वो थोड़ी स्टडी के लिए ज़्यादा आप कह सकते सीरियस भी हुई हैं, दे आर मोर डिवोटेड टू स्टडीज़। और गुरु नानक कॉलेज की स्पैशलिटी ये है कि जोड़े बच्चे बिल्कुल ही नॉन इंग्लिश बैकग्राउंड चो आ रहे हैं, रूरल बैकग्राउंड चो आ रहे हैं, दे आर डूइंग मार्वल्स इन MA इंग्लिश। मेरे को जो रिकॉर्ड है बच्चों की पास परसेंटेज का, जो बच्चों ने इलैक्टिव इंग्लिश नहीं रखी, तो बच्चों की एक बड़ी मिसकनसैप्शन है कि अगर गवर्नमेंट टीचिंग तुम जाना है एज एन इंग्लिश टीचर, तो हम पंजाब गवर्नमेंट ने वो कंडीशन रिलैक्स करती कि तुम MA इंग्लिश अगर कर रहे हो तो तुम इलैक्टिव इंग्लिश की होएगी, हम नहीं। अर्लीयर देयर वाज अ रिस्ट्रिक्शन। तो हम जोड़े भी बच्चे इतने आ रहे हैं, चाहे इलैक्टिव पंजाबी के बैकग्राउंड चो आ रहे हैं या रूरल बैकग्राउंड चो आ रहे हैं, स्कूलिंग उन्होंने गवर्नमेंट स्कूल्स की है, वो बच्चे भी बहुत अच्छा कर रहे हैं। सब तो पहला तो मैं ये शेयर करना चाहती हूँ कि जो पंजाब यूनिवर्सिटी ने BCA स्टार्ट की सी, तो सब तो पहला मोगे का साडा कॉलेज से जिथे BCA स्टार्ट हुई सी, उस समय तो लैके हुण तक असी लगातार जिहड़े कंप्यूटर एजुकेशन प्रोवाइड कर रहे हैं। साडे कोल BCA ते PGDCA चल रही है। हर साल साढ़े को जो बच्चे हैं वो यूनिवर्सिटी पोजीशंस लगातार हासिल करके कॉलेज का नाम रोशन कर रहे हैं। अब तक 15 बच्चे यूनिवर्सिटी पोजीशंस हासिल कर चुके हैं। इस तो इलावा बच्चों की ऑनलाइन डेवलपमेंट लिए टैक्नीकल वर्कशॉप्स, सैमीनार्स, डिबेट्स, क्रिएटिव राइटिंग के कॉम्पीटिशनस करवाए जाते हैं समय समय पर। वाहिगुरू जी का खालसा, वाहिगुरू जी की फतेह। मैं डॉक्टर गुरिंदरजीत सिंह भुल्लर पिछले 20 सालों तो गुरु नानक कॉलेज मोगा ਦੇ ਵਿੱਚ बतौर मुखी इकनॉमिक्स विभाग काम कर रहा हाँ। ਸਾਡਾ ਇਹ ਕਾਲਜ ਪਿਛਲੇ 50 ਸਾਲਾਂ ਤੋਂ ਮਾਲਵੇ ਖੇਤਰ ਦਾ ਸਰਮੌਰ ਕਾਲਜ ਬਣ ਕੇ ਉੱਭਰਿਆ ਹੈ ਤੇ ਇਲਾਕੇ ਦੀ ਬੜੀ ਸੇਵਾ ਕਰ ਰਿਹਾ ਹੈ। ਸਾਡੇ ਕੋਲ ਇਹਦੇ ਵਿੱਚ 3 PG ਕੋਰਸਿਸ ਚੱਲ ਰਹੇ ਨੇ, MA ਇਕਨੋਮਿਕਸ, MA ਇੰਗਲਿਸ਼, MA ਪੰਜਾਬੀ। ਇਸ ਤੋਂ ਇਲਾਵਾ PGDCA, BCA ਤੇ BCom ਦੇ ਕੋਰਸ ਤੋਂ ਇਲਾਵਾ BA ਦੇ ਵਿੱਚ 14-15 ਇਲੈਕਟਿਵ ਸਬਜੈਕਟ ਅਸੀਂ ਪੜ੍ਹਾ ਰਹੇ ਹਾਂ। ਤੇ ਸਾਡਾ ਕਾਲਜ ਨਾ ਸਿਰਫ ਪੜ੍ਹਾਈ ਤੇ ਬਲਕਿ ਬੱਚਿਆਂ ਦੀ ਆਲ ਰਾਊਂਡ ਪਰਸਨੈਲਿਟੀ ਡਿਵੈਲਪਮੈਂਟ ਤੇ ਬਹੁਤ ਜ਼ੋਰ ਦਿੰਦਾ ਹੈ। ਉਹਨਾਂ ਨੂੰ ਸਮੇਂ-ਸਮੇਂ ਦੇ ਵਿੱਚ डिबेट्स, ਡੈਕਲੇਮੇਸ਼ਨ, ਡਰਾਮੈਟਿਕਸ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਹੈ ਤਾਂ ਜੋ ਉਹਨਾਂ ਦੀ ਉਹ ਆਲ ਰਾਊਂਡ ਪਰਸਨੈਲਿਟੀ ਜਿਹੜੀ ਆ ਉਹ ਡਿਵੈਲਪ ਹੋ ਸਕੇ। ਇਕਨੋਮਿਕਸ ਵਿਭਾਗ ਦੀ ਗੱਲ ਕਰਦੇ ਆ, ਮੈਂ ਦੱਸਣਾ ਚਾਹਾਂਗਾ ਕਿ ਸਾਡਾ ਵਿਭਾਗ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਲੈ ਕੇ ਆ ਰਿਹਾ ਹੈ। ਹਰ ਸਾਲ ਯੂਨੀਵਰਸਿਟੀ ਦੇ ਵਿੱਚੋਂ ਕੋਈ ਨਾ ਕੋਈ ਪੋਜੀਸ਼ਨ ਸਾਡੀ ਜ਼ਰੂਰ ਆਉਂਦੀ ਹੈ ਤੇ ਸਮੇਂ-ਸਮੇਂ ਅਸੀਂ ਵੈਬੀਨਾਰਸ ਔਰ ਸੈਮੀਨਾਰਸ ਵੀ ਕਰਾਉਂਦੇ ਰਹਿੰਦੇ ਹਾਂ। ਸਾਡੇ ਕੋਲ CDC ਦੁਆਰਾ ਸਪਾਂਸਰਡ ਸੈਮੀਨਾਰ ਔਰ ICSR ਵੱਲੋਂ ਸਪਾਂਸਰਡ ਸੈਮੀਨਾਰ ਵੀ ਕਰਵਾਏ ਜਾਂਦੇ ਹਨ। ਇਸ ਤੋਂ ਇਲਾਵਾ ਪਿਛਲੇ ਕਰੋਨਾ ਕਾਲ ਸਮੇਂ ਦੇ ਵਿੱਚ ਜਦੋਂ ਕਿ ਆਨਲਾਈਨ ਕਲਾਸਿਸ ਸੀ ਤੇ ਅਸੀਂ ਘੱਟੋ ਘੱਟ 4-5 ਵੈਬੀਨਾਰ ਜਿਹੜੇ ਨੇ ਉਹ ਨੈਸ਼ਨਲ ਲੈਵਲ ਦੇ ਕਰਵਾਏ ਨੇ। ਇਸ ਕਰਕੇ ਤਾਂ ਜੋ ਬੱਚਿਆਂ ਨੂੰ ਹੋਰ ਜਾਣਕਾਰੀ ਮਿਲ ਸਕੇ, ਜਿਹੜੇ ਰੂਟੀਨ ਦੇ ਸਬਜੈਕਟ ਆ ਉਸ ਤੋਂ ਇਲਾਵਾ ਦੇਸ਼ ਵਿੱਚ ਕੀ ਹੋ ਰਿਹਾ ਹੈ, ਅੰਤਰਰਾਸ਼ਟਰੀ ਪੱਧਰ 'ਤੇ ਕੀ ਹੋ ਰਿਹਾ ਹੈ, ਉਹਨਾਂ ਨੂੰ ਤਿਆਰ ਕੀਤਾ ਜਾ ਸਕੇ। ਇਸ ਤਰੀਕੇ ਨਾਲ ਸਾਡਾ ਜ਼ੋਰ ਇਹ ਹੈ ਕਿ ਬੱਚਿਆਂ ਨੂੰ ਕਿੱਤਾ ਮੁਖੀ ਕੋਰਸ ਜਿਹੜੇ ਆ ਉਹ ਮੁਹੱਈਆ ਕਰਾਏ ਜਾਣ ਤਾਂ ਜੋ ਉਹਨਾਂ ਨੂੰ ਰੁਜ਼ਗਾਰ ਦੀ ਪ੍ਰਾਪਤੀ ਵਿੱਚ ਕੋਈ ਮੁਸ਼ਕਿਲ ਨਾ ਆਵੇ। ਇਸ ਲਈ ਸਾਡੇ ਕਾਲਜ ਵਿੱਚ ਪਲੇਸਮੈਂਟ ਸੈੱਲ ਵੀ ਸਥਾਪਿਤ ਕੀਤਾ ਗਿਆ ਹੈ, ਜਿਸ ਦੇ ਵਿੱਚ ਨਾ ਸਿਰਫ MA ਇਕਨੋਮਿਕਸ ਬਲਕਿ BCA BCom ਦੇ ਬੱਚਿਆਂ ਲਈ ਵੀ ਜਿਹੜੇ ਮੌਕੇ ਹੈ ਉਹਨਾਂ ਨੂੰ ਕਿਸ ਤਰੀਕੇ ਨਾਲ ਅਵੇਲ ਕੀਤਾ ਜਾ ਸਕਦਾ ਹੈ, ਇਹਦੇ ਬਾਰੇ ਜਿਹੜੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਜੋ ਬੱਚੇ ਜਿਹੜੇ ਨੇ ਸਫਲਤਾਪੂਰਨ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਚੱਲ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਡਾਕਟਰ ਹਰਿੰਦਰ ਮੋਹਨ ਗੁਰੂ ਨਾਨਕ ਕਾਲਜ ਮੋਗਾ ਦੇ ਵਿੱਚ
ਪੋਸਟ ਗ੍ਰੈਜੂਏਟ ਡਿਪਾਰਟਮੈਂਟ ਇਕਨੋਮਿਕਸ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਦੀ ਸੇਵਾਵਾਂ ਪਿਛਲੇ 12 ਸਾਲਾਂ ਤੋਂ ਨਿਭਾ ਰਿਹਾ। ਡਿਪਾਰਟਮੈਂਟ ਆਫ ਇਕਨੋਮਿਕਸ ਦਾ ਨਤੀਜਾ ਹਰ ਸਾਲ ਬਹੁਤ ਹੀ ਸ਼ਾਨਦਾਰ ਰਿਹਾ। ਸਾਡੇ ਡਿਪਾਰਟਮੈਂਟ ਦੇ ਵਿੱਚ 2019 ਸਾਲ ਦੇ ਦੌਰਾਨ ਸਾਡੀ ਵਿਦਿਆਰਥਣ ਨੇ ਯੂਨੀਵਰਸਿਟੀ ਦੇ ਵਿੱਚੋਂ 5ਵਾਂ ਸਥਾਨ ਵੀ ਹਾਸਿਲ ਕੀਤਾ ਹੈ। ਤੇ ਜੇ ਹਰ ਸਾਲ ਦੇ ਨਤੀਜਿਆਂ ਦੀ ਗੱਲ ਕਰੀਏ ਤਾਂ ਇਕਨੋਮਿਕਸ ਡਿਪਾਰਟਮੈਂਟ ਦੇ ਨਤੀਜੇ ਹਰ ਸਾਲ ਡਿਸਟ੍ਰਿਕਟ ਦੇ ਵਿੱਚੋਂ ਬੱਚੇ ਪਹਿਲੀ ਪੋਜੀਸ਼ਨ, ਦੂਸਰੀ ਪੋਜੀਸ਼ਨ ਤੇ ਤੀਸਰੀ ਪੋਜੀਸ਼ਨ ਡਿਪਾਰਟਮੈਂਟ ਦੇ ਹੀ ਲੈ ਕੇ ਆਉਂਦੇ ਨੇ, ਜਿੱਥੇ ਇਸ ਡਿਪਾਰਟਮੈਂਟ ਦੇ ਵਿਦਿਆਰਥੀਆਂ ਨੂੰ ਵਿਦਿਅਕ ਜਾਣਕਾਰੀ ਦਿੱਤੀ ਜਾਂਦੀ ਹੈ। ਉਹਦੇ ਨਾਲ ਨਾਲ ਵਿਦਿਆਰਥੀਆਂ ਦੀ ਧਾਰਮਿਕ ਅਤੇ ਨੈਤਿਕ ਸਿੱਖਿਆ ਵੀ ਉਹਨਾਂ ਨੂੰ ਪ੍ਰਦਾਨ ਕੀਤੀ ਜਾਂਦੀ ਹੈ। ਤੇ ਇਸ ਦੇ ਨਾਲ ਨਾਲ ਡਿਪਾਰਟਮੈਂਟ ਦੇ ਹਰ ਸਾਲ ਵੱਖਰੇ ਵੱਖਰੇ ਇੰਡਸਟਰੀ ਦੇ ਵਿੱਚ, ਵੱਖਰੇ ਵੱਖਰੇ ਹੋਰ ਸੰਸਥਾਵਾਂ ਦੇ ਵਿੱਚ ਵੀ ਜਿਹੜੇ ਟੂਰ ਵੀ ਬੱਚਿਆਂ ਦੇ ਲਗਾਏ ਜਾਂਦੇ ਨੇ। ਮੈਂ ਵਿਕਾਸ ਮੋਂਗੀਆ, ਹੈਡ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ, ਇਸ ਸੰਸਥਾ ਦੇ ਵਿੱਚ ਪਿਛਲੇ 10 ਸਾਲਾਂ ਤੋਂ ਆਪਣੀ ਸੇਵਾ ਨਿਭਾ ਰਿਹਾ ਹਾਂ। ਮੈਂ ਤੁਹਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਆਪਣੇ ਡਿਪਾਰਟਮੈਂਟ ਕੰਪਿਊਟਰ ਸਾਇੰਸ ਬਾਰੇ ਇੱਕ ਜਾਣਕਾਰੀ ਸਾਂਝਾ ਕਰਨਾ ਚਾਹੁੰਦਾ ਕਿ ਸਾਡੇ ਕੋਲ ਇੱਕ ਕੋਰਸ ਹੈ ਦੈਟ ਇਜ਼ ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ, ਜਿਹੜਾ ਕਿ ਪ੍ਰੋਫੈਸ਼ਨਲ ਕੋਰਸ ਹੈ ਔਰ ਇਹਦੇ ਵਿੱਚ ਥਿਓਰੈਟੀਕਲ ਐਜ਼ ਵੈਲ ਐਜ਼ ਪ੍ਰੈਕਟੀਕਲ ਦੋਨੋਂ ਹੀ ਕਨਸੈਪਟ 'ਤੇ ਬੜਾ ਧਿਆਨ ਦਿੱਤਾ ਜਾਂਦਾ ਹੈ। ਉਹ ਸਟੂਡੈਂਟਸ ਜਿਹੜੇ ਕੰਪਿਊਟਰ ਸਾਇੰਸ ਦੇ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹਨ, ਉਹਨਾਂ ਲਈ ਇਹ ਕੋਰਸ ਜਿਹੜਾ ਹੈ ਬਹੁਤ ਲਾਹੇਵੰਦ ਹੈ। ਹੁਣ ਮੈਂ ਗੱਲ ਕਰਦਾ ਕਿ ਕਰੀਅਰ ਓਪਰਚੁਨਿਟੀਜ਼ ਦੀ। ਤੁਸੀਂ ਇਹ ਕੋਰਸ ਕਰਨ ਤੋਂ ਬਾਅਦ IT ਸੈਕਟਰ ਦੇ ਵਿੱਚ, ਜਿੱਥੇ ਤੁਸੀਂ ਐਜ਼ ਏ ਸੌਫਟਵੇਅਰ ਡਿਵੈਲਪਰ, ਵੈਬ ਡਿਜ਼ਾਈਨਰ, ਵੈਬ ਡਿਵੈਲਪਰ, ਸਿਸਟਮ ਐਨਾਲਿਸਟ ਬਣ ਸਕਦੇ ਹੋ। ਉਹਦੇ ਨਾਲ ਨਾਲ ਬੈਂਕਿੰਗ ਸੈਕਟਰ ਦੇ ਵਿੱਚ, ਜਿੱਥੇ ਕਿ ਆਮ ਗ੍ਰੈਜੂਏਸ਼ਨ ਦੇ ਲਈ ਜਿਹੜੀਆਂ ਪੋਸਟ ਹੁੰਦੀਆਂ ਹਨ, ਉਸ ਤੋਂ ਇਲਾਵਾ ਵੀ ਕੁਝ ਇੱਦਾਂ ਦੀਆਂ ਪੋਸਟ ਹਨ ਜਿਨ੍ਹਾਂ ਨੂੰ ਸਿਰਫ ਕੰਪਿਊਟਰ ਗ੍ਰੈਜੂਏਟਸ ਹੀ ਕਰ ਸਕਦੇ ਹਨ, ਜਿਵੇਂ ਕਿ IT ਮੈਨੇਜਰਸ ਹੈ ਔਰ ਸਿਸਟਮ ਐਨਾਲਿਸਟ ਹੈ। ਔਰ ਸਾਡੇ ਬਹੁਤ ਸਾਰੇ ਸਟੂਡੈਂਟ ਜਿਹੜੇ ਹੈਗੇ ਆ ਉਹ ਇਹਨਾਂ ਪੋਸਟ ਦੇ ਉੱਤੇ ਬੈਂਕਸ ਦੇ ਵਿੱਚ ਜੌਬ ਕਰ ਰਹੇ ਹਨ। ਅਗਰ ਮੈਂ ਗੱਲ ਕਰਾਂ ਐਜੂਕੇਸ਼ਨ ਸੈਕਟਰ ਦੀ, ਤੇ BCA ਤੋਂ ਬਾਅਦ ਅਗਰ ਕੋਈ ਸਟੂਡੈਂਟ ਗਵਰਨਮੈਂਟ ਜੌਬ ਐਜ਼ ਅ ਟੀਚਰ ਲੈਣਾ ਚਾਹੁੰਦਾ ਹੈ, ਉਹਨੂੰ ਨਾ ਤਾਂ B.Ed ਕਰਨ ਦੀ ਲੋੜ ਹੈ ਔਰ ਨਾ ਹੀ ਉਹਨੂੰ ਟੈਟ ਐਗਜ਼ਾਮ ਦੇਣ ਦੀ ਲੋੜ ਹੈ। ਮਤਲਬ BCA ਕਰਨ ਤੋਂ ਬਾਅਦ ਸਟੂਡੈਂਟ ਡਾਇਰੈਕਟਲੀ ਐਲੀਜੀਬਲ ਹੋ ਜਾਂਦਾ ਹੈ ਗਵਰਨਮੈਂਟ ਟੀਚਰ ਬਣਨ ਦੇ ਲਈ। ਔਰ ਇਸ ਤੋਂ ਇਲਾਵਾ ਜਿਹੜੇ ਕਈ ਹਾਇਰ ਐਜੂਕੇਸ਼ਨਸ ਕੋਰਸਿਸ ਹਨ, ਜਿਸ ਤੋਂ ਬਾਅਦ ਬੱਚਾ ਅਗਰ ਫਰਦਰ ਸਟੱਡੀ ਲਾਈਕ ਅਸਿਸਟੈਂਟ ਪ੍ਰੋਫੈਸਰ ਲਈ ਅਗਰ ਜੌਬ ਲੈਣਾ ਚਾਹੁੰਦਾ ਹੈ ਤਾਂ ਉਹਨੂੰ ਇਸ ਤੋਂ ਬਾਅਦ ਉਹ MCA ਜਾਂ MSc IT, ਇਨਫੈਕਟ MBA ਇਨ IT ਵੀ ਉਹ ਕਰ ਸਕਦਾ ਹੈ। ਗੁੱਡ ਆਫਟਰਨੂਨ ਟੂ ਆਲ ਆਫ ਯੂ। ਮੈਂ ਪ੍ਰੋਫੈਸਰ ਬਾਲਾ ਖੰਨਾ, ਹੈਡ ਡਿਪਾਰਟਮੈਂਟ ਆਫ ਕਮਰਸ, ਗੁਰੂ ਨਾਨਕ ਕਾਲਜ ਮੋਗਾ ਤੋਂ ਬੋਲ ਰਹੀ ਹਾਂ। ਮੈਂ ਆਪਣੇ ਡਿਪਾਰਟਮੈਂਟ ਬਾਰੇ ਕੁਝ ਗੱਲਾਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ ਕਿ ਸਾਡਾ ਡਿਪਾਰਟਮੈਂਟ ਗੁਰੂ ਨਾਨਕ ਕਾਲਜ ਮੋਗਾ ਵਿੱਚ ਕਿਸ ਤਰ੍ਹਾਂ ਚੱਲ ਰਿਹਾ ਹੈ। ਜਿਹੜਾ ਇਹ ਕਮਰਸ ਡਿਪਾਰਟਮੈਂਟ ਹੈ, ਇਸ ਦੇ ਵਿੱਚ ਬੱਚੇ ਦੀ ਓਵਰਆਲ ਡਿਵੈਲਪਮੈਂਟ ਕੀਤੀ ਜਾਂਦੀ ਹੈ। ਐਜੂਕੇਸ਼ਨਲ ਦੇ ਨਾਲ ਨਾਲ ਪਰਸਨੈਲਿਟੀ ਡਿਵੈਲਪਮੈਂਟ ਵੀ ਕੀਤੀ ਜਾਂਦੀ ਹੈ। ਸਾਡੇ ਜਿਹੜੇ ਡਿਪਾਰਟਮੈਂਟ ਦਾ ਜਿਹੜਾ ਰਿਜ਼ਲਟ ਹੈ ਐਜ਼ ਕੰਪੇਅਰ ਟੂ ਅਦਰ ਕਾਲਜਿਸ ਦੇ ਕੰਪੈਰੇਟਿਵਲੀ ਅਸੀਂ ਕੰਪੇਅਰ ਕਰੀਏ ਤਾਂ ਬੈਸਟ ਮੰਨਿਆ ਜਾਂਦਾ ਹੈ। ਕੋਵਿਡ ਦੇ ਪੀਰੀਅਡ ਨੂੰ ਤੁਸੀਂ ਛੱਡ ਦਿਓ, ਕਿਉਂਕਿ ਕੋਵਿਡ ਦੇ ਪੀਰੀਅਡ 'ਚ ਜਿਹੜੀ ਅਸੈਸਿਬਿਲਿਟੀ ਹੈ ਉਹ ਕਾਲਜ ਟੀਚਰਸ ਨੇ ਕੀਤੀ ਹੈ, ਅਤੇ ਅਸੀਂ ਆਪਣੇ ਜਿੰਨੇ ਵੀ ਸਟੂਡੈਂਟਸ ਹੈਗੇ ਆ ਉਹਨਾਂ ਦਾ ਜਿਹੜਾ ਰਿਜ਼ਲਟ ਹੈ ਉਹਨਾਂ ਦੀ ਅਪੀਅਰੈਂਸ ਦੇ ਅਕੋਰਡਿੰਗਲੀ ਅਸੀਂ ਕੀਤਾ। ਅਤੇ ਸਾਡੇ ਬੱਚੇ ਯੂਨੀਵਰਸਿਟੀ ਦੇ ਵਿੱਚ ਕਈ ਪੋਜੀਸ਼ਨ ਹੋਲਡਰਸ ਹੈਗੇ ਆ। ਪਿਛਲੇ ਅਗਰ ਅਸੀਂ ਰਿਜ਼ਲਟ ਨੂੰ ਟੈਲੀ ਕਰੀਏ ਤੇ ਗੁਰੂ ਨਾਨਕ ਕਾਲਜ ਦਾ ਰਿਜ਼ਲਟ ਮੋਗਾ ਡਿਸਟ੍ਰਿਕਟ ਦੇ ਵਿੱਚ ਬਹੁਤ ਹੀ ਬੈਸਟ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਬੱਚਿਆਂ ਦੀ ਓਵਰਆਲ ਡਿਵੈਲਪਮੈਂਟ ਵਾਸਤੇ ਅਸੀਂ ਕਈ ਵੈਬੀਨਾਰ ਤੇ ਸੈਮੀਨਾਰ ਵੀ ਅਟੈਂਡ ਕਰਵਾਉਂਦੇ ਹਾਂ ਬੱਚਿਆਂ ਨੂੰ, ਤਾਂ ਕਿ ਉਹਨਾਂ ਦੀ ਓਵਰਆਲ ਗਰੂਮਿੰਗ ਹੋ ਸਕੇ। ਤੇ ਕਰੀਅਰ ਗਾਈਡੈਂਸ ਤੇ ਪਲੇਸਮੈਂਟ ਦੀ ਗੱਲ ਕਰੀਏ ਤਾਂ ਕਰੀਅਰ ਗਾਈਡੈਂਸ ਦੇ ਵਿੱਚ ਬੱਚਿਆਂ ਨੂੰ ਪ੍ਰੋਪਰਲੀ ਗਾਈਡ ਕੀਤਾ ਜਾਂਦਾ ਹੈ ਕਿ ਉਹ ਕਿਹੜੇ ਸਬਜੈਕਟ ਆਪਟ ਕਰ ਸਕਦੇ ਹੈ, ਜਿੰਦੇ ਵਿੱਚ ਕਈ ਅਸੀਂ ਅਕਾਊਂਟਿੰਗ ਤੇ ਫਾਈਨਾਂਸ ਦੇ ਨਾਲ ਲਿੰਕ ਸਬਜੈਕਟ ਆਪਟ ਕਰਵਾਉਂਦੇ ਬੱਚਿਆਂ ਨੂੰ। ਟੈਕਸੇਸ਼ਨ ਦੇ ਲਿੰਕ ਦੇ ਵਿੱਚ ਅਸੀਂ ਕਈ ਸਬਜੈਕਟਸ ਬੱਚਿਆਂ ਨੂੰ ਦਿੰਦੇ ਹਾਂ, ਉਹਨਾਂ ਨੂੰ ਪ੍ਰੈਕਟੀਕਲ ਨੌਲੇਜ ਵੀ ਦਿੱਤੀ ਜਾਂਦੀ ਹੈ, ਉਹਨਾਂ ਦੇ ਕਈ ਪ੍ਰੋਜੈਕਟ ਕਰਵਾਏ ਜਾਂਦੇ ਹੈ। ਇਸ ਤੋਂ ਇਲਾਵਾ ਮੋਗਾ ਵਿੱਚ ਇਕੱਲੇ ਗੁਰੂ ਨਾਨਕ ਕਾਲਜ ਹੀ ਇੱਕ ਐਸਾ ਕਾਲਜ ਹੈ ਜਿਸ ਦੇ ਵਿੱਚ BCom ਆਨਰਸ ਹੈਗੀ ਹੈ। ਸਾਡੇ ਕੋਲ ਜਿਹੜਾ BCom ਆਨਰਸ ਦਾ ਸਬਜੈਕਟ ਹੈ ਉਹ ਅਕਾਊਂਟਿੰਗ ਤੇ ਫਾਈਨਾਂਸ ਹੈ। ਮੈਂ ਹੋਰ ਵੀ ਤੁਹਾਨੂੰ ਇਸ 'ਚ ਐਡ ਕਰਨਾ ਚਾਹੁੰਦੇ ਹਾਂ ਕਿ ਸਾਡੇ ਵਿੱਚ ਗੁਰੂ ਨਾਨਕ ਕਾਲਜ ਦੇ ਵਿੱਚ ਗੁਰੂ ਨਾਨਕ ਕੋਲਜੀਏਟ ਵੀ ਹੈ, ਜਿਸ ਵਿੱਚ +1 ਤੇ +2 ਦੇ ਬੱਚਿਆਂ ਦੀ ਐਡਮਿਸ਼ਨ ਕੀਤੀ ਜਾਂਦੀ ਹੈ। ਅਤੇ ਸਾਡੇ ਕੋਲ +1 ਅਤੇ +2 ਕਾਮਰਸ ਤੇ ਆਰਟਸ ਦੋਨੋਂ ਸਬਜੈਕਟ ਚੱਲ ਰਹੇ ਹੈ। ਅਤੇ ਕਾਮਰਸ 'ਚ ਸਾਡੇ ਬੱਚਿਆਂ ਦੀ ਗਿਣਤੀ ਬਹੁਤ ਵਧੀਆ ਹੈ, ਜਿਸ ਦੇ ਵਿੱਚ ਬੱਚੇ ਆਟੋਮੈਟਿਕਲੀ ਰਜਿਸਟਰਡ ਹੋ ਰਹੇ ਹੈ, ਕਿਉਂਕਿ ਹੁਣੇ 10th ਦਾ ਰਿਜ਼ਲਟ 10th ਦੇ ਪੇਪਰ ਹੋਏ ਹੈ
ਤੇ ਉਸ ਤੋਂ ਬਾਅਦ ਬੱਚਿਆਂ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੋਈ ਹੈ। I'm feeling very good. Hello everyone. I am Manupreet from MA Second Year English. Do you want to improve your listening, speaking, reading and writing skills? Then don't waste your time and money at IELTS centers. Join MA English at Guru Nanak College Moga for all these skills and develop your personality. The opportunities will coming to you and waiting for you. Hurry up guys, admissions have started. So my name is Navjot. I am studying Masters in English final semester. I have gained a lot from this college. The staff of this college is very nice and cooperative. The students get scholarships and which helps a lot in their studies. So don't waste your time and energy. Please come and join M English at Guru Nanak College Moga. Thank you. ਮੈਂ ਅੰਮ੍ਰਿਤਪਾਲ ਸਿੰਘ ਐਮਏ ਪੰਜਾਬੀ ਦਾ ਵਿਦਿਆਰਥੀ ਹਾਂ। ਮੈਂ BA ਵੀ ਇਸੇ ਕਾਲਜ ਤੋਂ ਕੀਤੀ ਹੈ। ਇਸ ਕਾਲਜ ਦਾ ਮਾਹੌਲ ਬਹੁਤ ਹੀ ਵਧੀਆ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਕੱਲ੍ਹ ਨਸ਼ਿਆਂ ਦਾ ਰੁਝਾਨ ਬਹੁਤ ਹੀ ਵਧਿਆ ਹੋਇਆ ਹੈ। ਪਰ ਇਸ ਕਾਲਜ ਦਾ ਮਾਹੌਲ ਸਾਨੂੰ ਵਿਦਿਅਕ ਸਿੱਖਿਆ ਦੇਣ ਦੇ ਨਾਲ ਨਾਲ ਧਾਰਮਿਕ ਸਿੱਖਿਆ ਵੀ ਪ੍ਰਦਾਨ ਕਰਦਾ ਹੈ। ਮੈਂ ਇਲਾਕੇ ਦੇ ਸਮੂਹ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਜੇਕਰ ਤੁਸੀਂ ਚੰਗੀ ਵਿੱਦਿਆ ਗ੍ਰਹਿਣ ਕਰਨਾ ਚਾਹੁੰਦੇ ਹੋ ਤਾਂ ਗੁਰੂ ਨਾਨਕ ਕਾਲਜ ਦਾ ਹਿੱਸਾ ਜ਼ਰੂਰ ਬਣੋ। ਔਰ MA ਫਸਟ ਈਅਰ ਪੰਜਾਬੀ ਦੀ ਵਿਦਿਆਰਥਣ ਹਾਂ। ਮੈਂ ਮੋਗਾ ਸ਼ਹਿਰ ਵਿੱਚ ਬਹੁਤ ਕਾਲਜ ਹਨ, ਪਰ ਗੁਰੂ ਨਾਨਕ ਕਾਲਜ ਬੱਸ ਸਟੈਂਡ ਦੇ ਨਜ਼ਦੀਕ ਹੋਣ ਕਰਕੇ ਮੈਂ ਇੱਥੇ ਦਾਖਲਾ ਲਿਆ ਹੈ। ਇੱਥੋਂ ਦਾ ਮਾਹੌਲ ਬਹੁਤ ਵਧੀਆ ਹੈ। ਇੱਥੇ ਵਿਦਿਅਕ ਦੇ ਨਾਲ ਨਾਲ ਧਾਰਮਿਕ ਅਤੇ ਨੈਤਿਕ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਹਨ। ਮੇਰਾ ਨਾਮ ਨਵਰੀਨ ਸਿੰਘ ਹੈ। ਮੈਂ BCA ਫਾਈਨਲ ਈਅਰ ਦਾ ਕੰਪਿਊਟਰ ਡਿਪਾਰਟਮੈਂਟ ਦਾ ਵਿਦਿਆਰਥੀ ਹਾਂ। ਸਾਡਾ ਡਿਪਾਰਟਮੈਂਟ ਬਹੁਤ ਹੀ ਵਧੀਆ ਹੈ। ਸਾਡਾ ਸਟਾਫ ਮੈਂਬਰ ਸਾਰੇ ਹੀ ਬਹੁਤ ਚੰਗੇ ਹਨ, ਜੋ ਹਮੇਸ਼ਾ ਪੜ੍ਹਾਈ ਵਿੱਚ ਸਾਡਾ ਸਾਥ ਦੇਣ ਲਈ ਤਿਆਰ ਹੁੰਦੇ ਹਨ। ਸਾਡੀ ਹਰੇਕ ਪ੍ਰੋਬਲਮ ਸੋਲਵ ਕਰਦੇ ਹਨ, ਸਾਨੂੰ ਹਮੇਸ਼ਾ ਸਾਥ ਦਿੰਦੇ ਹਨ ਅਤੇ ਪੜ੍ਹਾਈ ਵਿੱਚ ਹਮੇਸ਼ਾ ਮਦਦ ਕਰਦੇ ਹਨ ਅਤੇ ਸਾਨੂੰ ਹਰੇਕ ਪ੍ਰੋਬਲਮ ਲਈ ਤਿਆਰ ਕਰਦੇ ਹਨ। ਸਾਡਾ ਡਿਪਾਰਟਮੈਂਟ ਸਾਨੂੰ ਸਾਡਾ ਫਿਊਚਰ ਬਣਾਉਣ ਲਈ ਵੀ ਮਦਦ ਕਰਦਾ ਹੈ। ਸਾਡਾ ਡਿਪਾਰਟਮੈਂਟ ਪਲੇਸਮੈਂਟ ਸੈਲਸ ਤਿਆਰ ਕਰ ਰਿਹਾ ਹੈ, ਜਿਸ ਨਾਲ ਵੀ ਅਸੀਂ ਫਿਊਚਰ ਵਿੱਚ ਆਪਦੀਆਂ ਜੌਬਸ ਲਈ ਤਿਆਰ ਰਹਿ ਸਕੀਏ। Myself Simranjit Kaur. Here I would like to talk about my department, as I am the student of computer department in Guru Nanak College Moga. I would like to talk about various facilities provided in my department. Either it can be about the staff members, professors who provide us at every kind of knowledge. Either it can be about bookish knowledge, it can be about etiquettes, it can be about personal problems as well. If for example, if I want to talk about or communicate about my issues with any teacher, he or she is available all the time for me, as well as our department focuses on the overall development of a child. It is not only about the book knowledge, it is also about the other activities, other knowledges. ਬਹੁਤ ਵਧੀਆ ਹੈ ਸਰ, ਇੱਥੋਂ ਦਾ ਬਹੁਤ ਵਧੀਆ ਕੈਂਪਸ ਹੈ। ਟੀਚਰਸ ਵੀ ਬਹੁਤ ਵਧੀਆ ਕੋਆਪਰੇਟ ਰਹਿੰਦੇ ਪੂਰੇ। ਸਰ ਬਹੁਤ ਵਧੀਆ ਕਾਲਜ ਹੈ, ਇੱਥੇ ਬਹੁਤ ਕੋਆਪਰੇਟਿਵ ਮਾਹੌਲ ਹੈ। ਇੱਥੇ ਸਾਰਿਆਂ ਨਾਲ ਟੋਪ ਮੋਸਟ ਜਿਹੜੀਆਂ ਗਰਲਸ ਆ ਬਹੁਤ ਸਿਕਿਉਰ ਫੀਲ ਕਰਦੀਆਂ ਮੈਂ ਇਸ ਕਾਲਜ ਦੇ ਵਿੱਚ। ਅਤੇ ਸਟੱਡੀ ਤੋਂ ਇਲਾਵਾ ਹੋਰ ਜਿਹੜੀਆਂ ਐਕਟੀਵਿਟੀਜ਼ ਆ ਨਾ, ਮਤਲਬ ਕਿ ਜਿਵੇਂ ਗੇਮਸ ਵਗੈਰਾ ਹੋ ਗਈਆਂ, ਉਹਨਾਂ ਐਕਟੀਵਿਟੀਜ਼ ਵੱਲ ਵੀ ਬਹੁਤ ਜ਼ਿਆਦਾ ਧਿਆਨ ਦਿੱਤਾ ਜਾਂਦਾ ਵਾ। ਸਾਡੇ ਮਤਲਬ ਟਾਈਮ ਟੂ ਟਾਈਮ ਸਾਡੇ ਸੈਮੀਨਾਰਸ ਲਗਾਏ ਜਾਂਦੇ ਆ, ਜਿਹੜੇ ਇੰਪੋਰਟੈਂਟ ਫੈਸਟੀਵਲਸ ਹੁੰਦੇ ਸਾਨੂੰ ਇਨਫੋਰਮੇਸ਼ਨ ਪੂਰੀ ਪ੍ਰੋਵਾਈਡ ਕੀਤੀ ਜਾਂਦੀ ਆ। ਮਤਲਬ ਸਟੱਡੀ ਤਾਂ ਕਰਵਾਈ ਜਾਂਦੀ ਆ, ਉਹਦੇ ਨਾਲ ਰਿਲੇਟਡ ਹੋਰ ਸਾਰੀਆਂ ਐਕਟੀਵਿਟੀਜ਼ ਵੱਲ ਵੀ ਸਾਨੂੰ ਪੂਰਾ ਧਿਆਨ ਦਿਵਾਇਆ ਜਾਂਦਾ। ਮਹਿਸੂਸ ਹੁੰਦਾ ਇੱਥੇ ਭਾਈ? ਬਹੁਤ ਮਾਣ ਮਹਿਸੂਸ ਹੁੰਦਾ ਜੀ ਸਾਨੂੰ, ਸਾਡੇ ਸੱਭਿਆਚਾਰ ਨਾਲ ਜੁੜਦਾ ਇਹ ਕਾਲਜ। ਸਟੱਡੀ ਵਾਈਜ਼ ਬਹੁਤ ਵਧੀਆ, ਇਨਵਾਇਰਨਮੈਂਟ ਵਾਈਜ਼ ਬਹੁਤ ਵਧੀਆ ਜੀ, ਬਹੁਤ ਵਧੀਆ ਟੀਚਰਸ ਨੇ, ਬਹੁਤ ਵਧੀਆ ਮਾਹੌਲ ਹੈ ਸਾਡੇ ਕਾਲਜ ਦਾ।
ਔਰ ਜਿਸ ਤਰੀਕੇ ਦੇ ਨਾਲ ਇਸ ਤੁਸੀਂ ਬੀਕਾਮ ਕਰ ਰਹੇ ਹੋ ਹਾਂਜੀ ਬੀਕਾਮ ਸੈਕੰਡ ਈਅਰ। ਔਰ ਯੂ ਫੀਲ ਕਿ ਸਾਨੂੰ ਨਿਕਲਦੇ ਸਾਰੀ ਪਲੇਸਮੈਂਟ ਮਿਲ ਜੂ? ਹਾਂਜੀ ਪਲੇਸਮੈਂਟ ਦਾ ਜੀ ਇੱਥੇ ਸੈਕੰਡ ਈਅਰ ਤੋਂ ਹੀ ਸਾਨੂੰ ਫੀਲ ਹੋਣ ਲੱਗ ਜਾਂਦਾ ਕਿ ਹਾਂ ਸਾਡਾ ਫਿਊਚਰ ਸਿਕਿਉਰ ਆ। ਹਾਂਜੀ ਕਿੱਦਾਂ ਮਹਿਸੂਸ ਕਰਦੇ ਬਾਈ? ਬਹੁਤ ਵਧੀਆ ਮਹਿਸੂਸ ਕਰਦੇ ਹਾਂ ਸਰ ਇੱਥੇ ਸਟੱਡੀ ਪੂਰਾ ਕਰ ਵਧੀਆ ਹਾਂਜੀ ਸਟਾਫ ਸਾਰਾ? ਸਟਾਫ ਬਹੁਤ ਵਧੀਆ, ਗ੍ਰੀਨਰੀ ਇੰਜੋਇੰਗ ਹਾਂਜੀ ਬੇਟਾ। ਮਾਹੌਲ ਵਧੀਆ ਜੀ ਇੱਥੋਂ ਦਾ, ਬਾਕੀ ਟੀਚਰ ਵਗੈਰਾ ਵੀ ਘੁਲ ਮਿਲ ਕੇ ਆਪਾਂ ਨੂੰ ਪੜ੍ਹਾਉਂਦੇ ਸੀ, ਉਹ ਵੀ ਸੈੱਟ ਹੀ ਮਾਹੌਲ। ਓਕੇ ਮਾਹੌਲ ਆ ਜਮਾਂ ਹੀ ਵਧੀਆ ਹੈ ਨਾ, ਟੀਚਰ ਵਗੈਰਾ ਵੀ ਵਧੀਆ ਹੈ ਨਾ, ਐਪਰੀਸ਼ੀਏਟ ਕਰਦੇ ਸਾਰੇ ਸਟੂਡੈਂਟ ਨੂੰ, ਬਹੁਤ ਵਧੀਆ ਮਾਹੌਲ ਹੈ ਕਾਲਜ ਦਾ ਪੜ੍ਹਨ ਦੇ ਲਈ। ਟੀਚਰ ਵੀ ਬਹੁਤ ਕੋਆਪਰੇਟ ਕਰਦੇ ਆ ਸਟੂਡੈਂਟ ਦੇ ਨਾਲ ਤੇ ਵਧੀਆ ਡੀਪਲੀ ਗੱਲਾਂ ਸੁਣਦੇ ਆ ਤੇ ਵਧੀਆ ਧਿਆਨ ਦਿੰਦੇ ਆ। ਬਹੁਤ ਵਧੀਆ ਮਾਹੌਲ ਹੈ ਜੀ, ਪੜ੍ਹਨ ਵਾਲਾ ਮਾਹੌਲ ਹੈ ਇੱਥੇ ਵਧੀਆ, ਸਾਰੇ ਬੱਚੇ ਵਧੀਆ।